ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਨੂੰ ਆਪਣੀ ਮੁਹੱਬਤ ਬਚਾਉਣ ਦੇ ਲਈ ਆਪਣੇ ਹੱਥਾਂ ਨਾਲ ਇੱਕ ਸੌਂਕਣ ਲਿਆਉਣੀ ਪਵੇਗੀ। ਲੋਕ ਆਪਣੇ ਪਤੀ ਨੂੰ 7 ਪਰਦਿਆਂ ਵਿੱਚ ਪਾ ਕੇ ਰੱਖਣਾ ਚਾਹੁੰਦੇ ਹਨ ਤੇ ਮੇਰੀ ਵੀ ਕੁਝ ਅਜਿਹੀ ਸੋਚ ਸੀ। ਪਰ ਕੀ ਕਰਦੀ ਜ਼ਿੰਦਗੀ ਇਸ ਮੋੜ ਤੇ ਲੈ ਆਈ ਸੀ ਕਿ ਮੈਨੂੰ ਆਪਣੇ ਪਤੀ ਲਈ ਇੱਕ ਲੜਕੀ ਦੀ ਜ਼ਰੂਰਤ ਸੀ। ਲੋਕਾਂ ਨੂੰ ਕਹਿੰਦੀ ਤਾਂ ਉਹ ਮੇਰਾ ਮਜ਼ਾਕ ਉਡਾਉਂਦੇ। ਸਭ ਤੋਂ ਜ਼ਿਆਦਾ ਦੁੱਖ ਮੈਨੂੰ ਆਪਣੀ ਸੱਸ ਦੇ ਚਿਹਰੇ ਤੇ ਗੁੱਸੇ ਵਾਲੀ ਮੁਸਕਰਾਹਟ ਦੇਖ ਕੇ ਆਉਂਦਾ। ਮੇਰਾ ਪਤੀ ਕਹਿੰਦਾ ਸੀ ਕਿ ਮੈਨੂੰ ਤੇਰੇ ਸਿਵਾ ਹੋਰ ਕੋਈ ਲੜਕੀ ਆਪਣੀ ਜ਼ਿੰਦਗੀ ਵਿੱਚ ਨਹੀਂ ਚਾਹੀਦੀ। ਦੁਨੀਆ ਇੱਧਰ ਤੋਂ ਉੱਧਰ ਹੋ ਜਾਵੇ, ਬਸ ਮੈਨੂੰ ਤੇਰਾ ਸਾਥ ਹੀ ਜ਼ਿੰਦਗੀ ਵਿੱਚ ਚਾਹੀਦਾ। ਮੈਂ ਦੂਜੇ ਵਿਆਹ ਦਾ ਝੰਜਟ ਨਹੀਂ ਪਾਲਣਾ ਚਾਹੁੰਦਾ, ਪਰ ਮੈਨੂੰ ਪਤਾ ਸੀ ਕਿ ਇਹ ਸਭ ਬਨਾਵਟੀ ਗੱਲਾਂ ਨੇ। ਆਦਮੀ ਨੂੰ ਆਪਣੀ ਸਕੀ ਔਲਾਦ ਹਰ ਹਾਲਤ ਵਿੱਚ ਚਾਹੀਦੀ ਆ, ਲੇਕਿਨ ਮੈਂ ਤਾਂ ਬਾਂਝ ਸੀ। ਇਹ ਖਬਰ ਮੈਨੂੰ ਵਿਆਹ ਦੇ 2 ਸਾਲ ਬਾਅਦ ਪਤਾ ਲੱਗੀ। ਫਿਰ ਅਜਿਹਾ ਹੋਇਆ ਕਿ ਮੈਂ ਬਰਬਾਦ ਹੋ ਗਈ। ਮੈਂ ਹੱਸਣਾ ਭੁੱਲ ਗਈ ਸੀ। ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ ਕਿ ਕੀ ਕਰਾਂ। ਮੈਂ ਆਪਣੀ ਮੰਮੀ ਨੂੰ ਫੋਨ ਕੀਤਾ। ਉਸ ਦੀ ਆਵਾਜ਼ ਸੁਣ ਕੇ ਮੈਂ ਉੱਚੀ-ਉੱਚੀ ਰੋਣ ਲੱਗੀ। ਮੰਮੀ ਬੋਲੀ, ਕੀ ਗੱਲ ਆ ਸੀਮਾ, ਤੂੰ ਇੰਨਾ ਰੋ ਕਿਉਂ ਰਹੀ ਆ? ਮੈਂ ਬੋਲੀ, ਮੰਮੀ ਮੈਨੂੰ ਤੁਹਾਡਾ ਸ਼ਰਾਪ ਲੱਗ ਗਿਆ। ਮੈਨੂੰ ਬਦਨਾਮੀ ਤੇ ਰੁਸਵਾਈ ਤੋਂ ਸਿਵਾ ਕੁਝ ਨਹੀਂ ਮਿਲ ਰਿਹਾ। ਮੰਮੀ ਬੋਲੀ, ਰੱਬ ਦੀ ਕਿਰਪਾ ਹੋਵੇ ਅਜਿਹਾ ਦਿਨ ਕਦੇ ਨਾ ਆਵੇ ਜਦੋਂ ਤੈਨੂੰ ਮਾਂ-ਬਾਪ ਦਾ ਸ਼ਰਾਪ ਲੱਗੇ। ਮੈਨੂੰ ਦੱਸ ਤਾਂ ਸਹੀ ਹੋਇਆ ਕੀ? ਮੈਂ ਰੋ ਰੋ ਕੇ ਮੰਮੀ ਨੂੰ ਦੱਸਿਆ, ਮੰਮੀ ਮੇਰੇ ਵਿਆਹ ਨੂੰ 2 ਸਾਲ ਹੋ ਗਏ ਨੇ, ਪਰ ਮੇਰੇ ਕੋਈ ਬੱਚਾ ਨਹੀਂ ਹੋਇਆ। ਮੈਂ ਡਾਕਟਰ ਦੇ ਕੋਲ ਗਈ ਸੀ। ਡਾਕਟਰ ਨੇ ਮੈਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ, ਤੂੰ ਕਦੇ ਮਾਂ ਨਹੀਂ ਬਣ ਸਕਦੀ। ਹੁਣ ਮੈਂ ਕੀ ਕਰਾਂ, ਕਿੱਥੇ ਜਾਵਾਂ? ਮੈਨੂੰ ਪੱਕਾ ਯਕੀਨ ਆ ਮੇਰੀ ਇਹ ਗੱਲ ਸੁਣ ਕੇ ਮੇਰੀ ਸੱਸ ਮੇਰਾ ਤਲਾਕ ਕਰਵਾ ਕੇ ਹੀ ਰਹੂ। ਮੰਮੀ ਕੁਝ ਸੋਚਣ ਤੋਂ ਬਾਅਦ ਬੋਲੀ, ਮੇਰੀ ਬੱਚੀ ਤੂੰ ਫਿਕਰ ਨਾ ਕਰ, ਪਰਮਾਤਮਾ ਸਭ ਠੀਕ ਕਰੇਗਾ। ਪਰਮਾਤਮਾ ਜੇ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ ਕਈ ਦਰਵਾਜ਼ੇ ਖੋਲ ਦਿੰਦਾ ਹੈ। ਤੂੰ ਅਜਿਹਾ ਕਰ, ਆਪਣੇ ਪਤੀ ਦਾ ਦੂਜਾ ਵਿਆਹ ਆਪਣੇ ਹੱਥੀਂ ਕਰਵਾ ਦੇ। ਉਹ ਤੇਰਾ ਅਹਿਸਾਨਮੰਦ ਰਹੂਗਾ ਤੇ ਤੈਨੂੰ ਛੱਡਣ ਦਾ ਕਦੇ ਸੋਚੂਗਾ ਵੀ ਨਹੀਂ। ਮੰਮੀ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਨੂੰ ਲੱਗ ਰਿਹਾ ਸੀ ਕਿ ਇਹ ਵੀ ਮੇਰੇ ਨਾਲ ਕੋਈ ਦੁਸ਼ਮਣੀ ਨਿਭਾ ਰਹੀ ਹੈ। ਫਿਰ ਮੈਂ ਮੰਮੀ ਨੂੰ ਕਿਹਾ, ਮੰਮੀ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਇੰਨਾ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ। ਮੈਂ ਸਾਰਾ ਦਿਨ ਰੋਂਦੀ ਰਹੀ। ਸ਼ਾਮ ਦੇ ਸਮੇਂ ਪ੍ਰਦੀਪ ਵਾਪਸ ਘਰ ਆਏ। ਮੈਨੂੰ ਦੇਖ ਕੇ ਬੋਲੇ, ਕੀ ਗੱਲ ਸੀਮਾ, ਤੂੰ ਕਮਰੇ ਵਿੱਚ ਹਨੇਰਾ ਕਿਉਂ ਕੀਤਾ ਹੋਇਆ ਤੇ ਰੋ ਕਿਉਂ ਰਹੀ ਆ? ਮੰਮੀ ਨੇ ਕੁਝ ਕਿਹਾ? ਮੈਂ ਨਾ ਵਿੱਚ ਸਿਰ ਹਿਲਾ ਦਿੱਤਾ। ਮੈਂ ਰੋਂਦੀ ਬੋਲੀ, ਪ੍ਰਦੀਪ ਮੇਰੀ ਤਕਦੀਰ ਵਿੱਚ ਹਨੇਰਾ ਹੀ ਲਿਖਿਆ ਹੋਇਆ। ਉਹ ਕਹਿਣ ਲੱਗਿਆ, ਤੂੰ ਪਾਗਲ ਹੋ ਗਈ ਆ, ਅਜਿਹੀਆਂ ਗੱਲਾਂ ਕਰਦੀ ਆ। ਮੈਂ ਤੇਰਾ ਪਤੀ ਹਾਂ, ਤੇਰੇ ਕੋਲ ਹਾਂ, ਰੱਬ ਦਾ ਦਿੱਤਾ ਹੋਇਆ ਸਭ ਕੁਝ ਤੇਰੇ ਕੋਲ ਆ। ਮੈਂ ਤੈਨੂੰ ਇੰਨਾ ਪਿਆਰ ਕਰਦਾ ਹਾਂ, ਫਿਰ ਬੈਠੇ ਬਿਠਾਏ ਤੈਨੂੰ ਕੀ ਹੋ ਗਿਆ? ਮੈਂ ਪ੍ਰਦੀਪ ਨੂੰ ਕਿਹਾ, ਆਪਣੇ ਵਿਆਹ ਨੂੰ 2 ਸਾਲ ਹੋ ਗਏ ਨੇ, ਪਰ ਆਪਣੇ ਕੋਲ ਕੋਈ ਬੱਚਾ ਨਹੀਂ। ਪ੍ਰਦੀਪ ਨੇ ਮੇਰਾ ਹੱਥ ਫੜ ਕੇ ਬੋਲਿਆ, ਫਿਕਰ ਨਾ ਕਰ, ਰੱਬ ਦੀ ਕਿਰਪਾ ਆਪਣੇ ਤੇ ਵੀ ਹੋਵੇਗੀ। ਮੈਂ ਕਿਹਾ, ਨਹੀਂ ਪ੍ਰਦੀਪ, ਮੈਂ ਅੱਜ ਡਾਕਟਰ ਦੇ ਕੋਲ ਚੈੱਕਅਪ ਲਈ ਗਈ ਸੀ। ਉਸਨੇ ਕਿਹਾ, ਤੂੰ ਬਾਂਝ ਆ, ਤੂੰ ਸਾਰੀ ਉਮਰ ਬੱਚਾ ਪੈਦਾ ਨਹੀਂ ਕਰ ਸਕਦੀ। ਮੇਰੀ ਗੱਲ ਸੁਣ ਕੇ ਪ੍ਰਦੀਪ ਦੇ ਚਿਹਰੇ ਤੇ ਵੀ ਉਦਾਸੀ ਛਾ ਗਈ। ਉਹ ਕਾਫੀ ਟਾਈਮ ਚੁੱਪ ਰਿਹਾ। ਫਿਰ ਪ੍ਰਦੀਪ ਨੇ ਮੇਰਾ ਹੱਥ ਫੜਿਆ ਤੇ ਕਿਹਾ, ਕੋਈ ਗੱਲ ਨਹੀਂ, ਮੇਰੇ ਲਈ ਤੂੰ ਹੀ ਕਾਫੀ ਆ। ਮੈਂ ਤੇਰੀ ਮੁਹੱਬਤ ਦੇ ਸਹਾਰੇ ਪੂਰੀ ਜ਼ਿੰਦਗੀ ਕੱਢ ਸਕਦਾ। ਮੈਂ ਕਿਹਾ, ਪ੍ਰਦੀਪ ਜੇ ਤੈਨੂੰ ਬੱਚੇ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਆਪਾਂ ਕੀ ਕਰਾਂਗੇ? ਪ੍ਰਦੀਪ ਮੁਸਕਰਾ ਕੇ ਬੋਲਿਆ, ਮੈਨੂੰ ਤੇਰੇ ਸਿਵਾ ਕੁਝ ਨਹੀਂ ਚਾਹੀਦਾ। ਪ੍ਰਦੀਪ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੇਰੇ ਦਿਲ ਨੂੰ ਸਕੂਨ ਪਹੁੰਚਿਆ। ਮੇਰਾ ਪਤੀ ਮੇਰੇ ਨਾਲ ਸੀ, ਫਿਰ ਮੈਨੂੰ ਕਿਹੜੀ ਗੱਲ ਦਾ ਡਰ ਸੀ? ਹੁਣ ਇਹ ਗੱਲ ਮੇਰੀ ਸੱਸ ਕੋਲ ਵੀ ਪਹੁੰਚੀ। ਉਸ ਦੇ ਚਿਹਰੇ ਤੇ ਮੁਸਕਰਾਹਟ ਵੀ ਖਤਮ ਹੋਣ ਲੱਗੀ। ਉਹ ਮੈਨੂੰ ਘੂਰ-ਘੂਰ ਕੇ ਦੇਖਦੀ। ਉਹ ਮੈਨੂੰ ਗੱਲਾਂ-ਗੱਲਾਂ ਵਿੱਚ ਸੁਣਾ ਵੀ ਜਾਂਦੀ। ਇੱਕ ਦਿਨ ਸਾਡੇ ਘਰ ਗਵਾਂਢਣ ਆਈ। ਮੇਰੀ ਸੱਸ ਉਸ ਨੂੰ ਕਹਿਣ ਲੱਗੀ, ਮੈਂ ਅਜਿਹੇ ਲੋਕ ਵੀ ਦੇਖੇ ਆ ਜਿਹੜੇ ਆਪਣੇ ਮਾਂ-ਬਾਪ ਦਾ ਦਿਲ ਤੋੜਦੇ ਆ ਤੇ ਫਿਰ ਸਾਰੀ ਉਮਰ ਤਰਸਦੇ ਰਹਿੰਦੇ ਆ। ਗਵਾਂਢਣ ਕਹਿਣ ਲੱਗੀ, ਅੱਛਾ ਉਹ ਕਿਹੜੇ ਲੋਕ ਹੁੰਦੇ ਆ, ਮੈਨੂੰ ਵੀ ਦੱਸ। ਮੇਰੀ ਸੱਸ ਬੋਲੀ, ਚੱਲ ਛੱਡ ਦੇ, ਤੂੰ ਰਹਿਣ ਦੇ, ਤੂੰ ਐ ਕਰ, ਮੇਰੇ ਬੇਟੇ ਲਈ ਵਧੀਆ ਰਿਸ਼ਤਾ ਲੱਭ।
ਮੈਂ ਆਪਣੇ ਬੇਟੇ ਦਾ ਦੂਜਾ ਵਿਆਹ ਕਰਨਾ। ਗੁਆਂਢਣ ਕਹਿਣ ਲੱਗੀ, ਕਿਉਂ, ਪਹਿਲੀ ਬਹੂ ਨੂੰ ਕੀ ਹੋਇਆ? ਤਾਂ ਮੇਰੀ ਸੱਸ ਉੱਚੀ ਉੱਚੀ ਹੱਸ ਕੇ ਬੋਲੀ, ਮੇਰੀ ਬਹੂ ਵਿਚਾਰੀ ਬੱਚਾ ਨਹੀਂ ਪੈਦਾ ਕਰ ਸਕਦੀ। ਹੁਣ ਅਸੀਂ ਤਾਂ ਆਪਣੀ ਪੀੜ੍ਹੀ ਅੱਗੇ ਤੋਰਨੀ ਆ। ਮੇਰਾ ਤਾਂ ਇੱਕ ਹੀ ਬੇਟਾ ਹੈ। ਇਹ ਸਭ ਗੱਲਾਂ ਸੁਣ ਕੇ ਮੈਂ ਤਾਂ ਕੰਬਣ ਹੀ ਲੱਗ ਗਈ। ਜਦੋਂ ਪ੍ਰਦੀਪ ਘਰ ਆਇਆ ਤਾਂ ਮੈਂ ਰੋ ਰੋ ਕੇ ਉਸ ਨੂੰ ਸਾਰੀਆਂ ਗੱਲਾਂ ਦੱਸੀਆਂ। ਪ੍ਰਦੀਪ ਨੂੰ ਬਹੁਤ ਗੁੱਸਾ ਆਇਆ। ਉਸ ਨੇ ਮੇਰਾ ਹੱਥ ਫੜ ਲਿਆ, ਮੈਨੂੰ ਆਪਣੇ ਨਾਲ ਮੇਰੇ ਕਮਰੇ ਵਿੱਚੋਂ ਬਾਹਰ ਲੈ ਗਿਆ ਤੇ ਮੇਰੀ ਸੱਸ ਦੇ ਸਾਹਮਣੇ ਖੜਾ ਹੋ ਕੇ ਕਹਿੰਦਾ, ਮੰਮੀ, ਇਹ ਲੜਕੀ ਮੇਰੀ ਪਹਿਲੀ ਤੇ ਆਖਰੀ ਮੁਹੱਬਤ ਆ। ਮੈਂ ਇਸ ਦੇ ਇਲਾਵਾ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਲਿਆ ਸਕਦਾ। ਤੁਸੀਂ ਮੇਰੇ ਲਈ ਲੜਕੀ ਲੱਭਣਾ ਬੰਦ ਕਰ ਦਿਓ। ਮੇਰੀ ਸੱਸ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ, ਮੈਂ ਤਾਂ ਅੱਜ ਤੱਕ ਅਜਿਹਾ ਆਦਮੀ ਨਹੀਂ ਦੇਖਿਆ ਜੋ ਆਪਣੀ ਬਾਂਝ ਪਤਨੀ ਦਾ ਖਿਆਲ ਰੱਖੇ। ਸਾਡੇ ਜ਼ਮਾਨੇ ਵਿੱਚ ਤਾਂ ਜਦੋਂ ਕਿਸੇ ਨੂੰ ਪਤਾ ਲੱਗਦਾ ਸੀ ਕਿ ਉਸਦੀ ਪਤਨੀ ਵਿੱਚ ਕੋਈ ਨੁਕਸ ਹੈ ਤਾਂ ਉਦੋਂ ਹੀ ਆਪਣੀ ਪਤਨੀ ਨੂੰ ਘਰੋਂ ਕੱਢ ਦਿੰਦਾ ਸੀ। ਪ੍ਰਦੀਪ ਨੇ ਕਿਹਾ, ਮੰਮੀ, ਰੱਬ ਦੇ ਵਾਸਤੇ ਤੂੰ ਚੁੱਪ ਕਰ ਜਾ। ਮੈਂ ਬਹੁਤ ਖੁਸ਼ ਹੋ ਗਈ। ਅਜਿਹਾ ਲੱਗ ਰਿਹਾ ਸੀ ਮੈਂ 7ਵੇਂ ਅਸਮਾਨ ਤੇ ਉੱਡਦੀ ਹੋਵਾਂ, ਕਿਉਂਕਿ ਮੇਰਾ ਪਤੀ ਮੇਰੇ ਲਈ ਸਭ ਦੇ ਨਾਲ ਲੜ ਜਾਂਦਾ ਸੀ। ਰਾਤ ਹੋਈ ਤਾਂ ਮੈਂ ਸੋਚਿਆ ਪ੍ਰਦੀਪ ਨੂੰ ਚਾਹ ਬਣਾ ਕੇ ਦੇ ਦੇਵਾਂ। ਮੈਂ ਚਾਹ ਬਣਾਉਣ ਲਈ ਕਮਰੇ ਵਿੱਚ ਆਈ ਤਾਂ ਮੇਰੀ ਸੱਸ ਦੇ ਕਮਰੇ ਵਿੱਚ ਆਵਾਜ਼ਾਂ ਆ ਰਹੀਆਂ ਸੀ। ਮੈਂ ਆਪਣਾ ਨਾਮ ਸੁਣ ਕੇ ਡਰ ਗਈ। ਮੈਂ ਗੌਰ ਕੀਤਾ ਤਾਂ ਉਹ ਆਪਣੀ ਬੇਟੀ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ। ਫਿਕਰ ਨਾ ਕਰ, ਦੇਖੀ ਇਸ ਮਨਹੂਸ ਸੀਮਾ ਦਾ ਪਤਾ ਕਿਵੇਂ ਸਾਫ਼ ਕਰਦੀਆਂ। ਹਜੇ ਤਾਂ ਪ੍ਰਦੀਪ ਦੇ ਦਿਮਾਗ ਉੱਤੇ ਉਸਦੀ ਮੁਹੱਬਤ ਦਾ ਭੂਤ ਸਵਾਰ ਆ। ਥੋੜੇ ਦਿਨ ਲੰਘਦੇ ਗਏ, ਫਿਰ ਦੇਖੀ ਕਿਵੇਂ ਲਾਈਨ ਤੇ ਆਉਂਦਾ। ਮੈਂ ਤਾਂ ਉਸ ਦਾ ਦੂਜਾ ਵਿਆਹ ਕਰਵਾ ਕੇ ਹੀ ਰਹੂੰ। ਤੂੰ ਇੰਜ ਕਰ, ਉਸ ਦੇ ਲਈ ਕੋਈ ਕੁੜੀ ਲੱਭਣਾ ਸ਼ੁਰੂ ਕਰ ਦੇ, ਉਦੋਂ ਨੂੰ ਮੈਂ ਮਨਾ ਲੂੰ ਉਸ ਨੂੰ ਦੂਜੇ ਵਿਆਹ ਲਈ। ਇਹ ਸਭ ਗੱਲਾਂ ਸੁਣ ਕੇ ਮੇਰੇ ਅੱਖਾਂ ਵਿੱਚੋਂ ਪਾਣੀ ਆ ਗਿਆ ਤੇ ਮੈਂ ਚਾਹ ਬਣਾਉਣ ਤੋਂ ਬਿਨਾਂ ਹੀ ਆਪਣੇ ਕਮਰੇ ਵਿੱਚ ਵਾਪਸ ਮੁੜ ਆਈ। ਹਰ ਵਕਤ ਇਹ ਫਿਕਰ ਲੱਗਿਆ ਰਹਿੰਦਾ ਕਿ ਪ੍ਰਦੀਪ ਮੈਨੂੰ ਛੱਡ ਨਾ ਦੇਵੇ। ਪ੍ਰਦੀਪ ਜਦੋਂ ਵੀ ਕੰਮ ਤੋਂ ਆਉਂਦਾ ਤਾਂ ਮੈਂ ਬੜੇ ਹੀ ਗੌਰ ਨਾਲ ਉਸ ਦਾ ਚਿਹਰਾ ਦੇਖਦੀ। ਕਿਤੇ ਉਹ ਗੁੱਸੇ ਤਾਂ ਨਹੀਂ, ਕਿਤੇ ਉਹ ਪਰੇਸ਼ਾਨ ਤਾਂ ਨਹੀਂ। ਮੇਰੀ ਤਾਂ ਕੋਈ ਸਹੇਲੀ ਵੀ ਨਹੀਂ ਸੀ ਜਿਸ ਨਾਲ ਮੈਂ ਆਪਣਾ ਗਮ ਸਾਂਝਾ ਕਰ ਲੈਂਦੀ। ਮੈਨੂੰ ਆਪਣੀ ਮਾਂ ਦਾ ਹੀ ਖਿਆਲ ਹੁੰਦਾ, ਪਰ ਪਿਛਲੀ ਵਾਰ ਮੈਂ ਉਸ ਦੇ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ ਸੀ। ਅੱਜ ਮੇਰਾ ਬੜਾ ਦਿਲ ਉਦਾਸ ਸੀ। ਮੈਂ ਆਪਣੀ ਮਾਂ ਨੂੰ ਫੋਨ ਲਾਇਆ। ਮੰਮੀ ਮੈਨੂੰ ਹੈਲੋ ਕਹਿ ਕੇ ਉੱਚੀ ਉੱਚੀ ਰੋਣ ਲੱਗ ਗਈ। ਕੀ ਗੱਲ ਹੋ ਗਈ ਸੀ ਸੀਮਾ, ਤੂੰ ਮੈਨੂੰ ਫੋਨ ਨਹੀਂ ਕੀਤਾ? ਮੈਂ ਹਰ ਰੋਜ਼ ਤੇਰੇ ਫੋਨ ਦਾ ਇੰਤਜ਼ਾਰ ਕਰਦੀ। ਤੈਨੂੰ ਤਾਂ ਪਤਾ ਮੈਨੂੰ ਮੋਬਾਈਲ ਚਲਾਉਣਾ ਨਹੀਂ ਆਉਂਦਾ। ਮੈਨੂੰ ਤਾਂ ਇਸ ਗੱਲ ਦੀ ਖਬਰ ਹੀ ਨਹੀਂ ਸੀ ਕਿ ਮੇਰੀ ਮਾਂ ਮੇਰੇ ਬਗੈਰ ਕਿੰਨਾ ਤੜਫ ਰਹੀ। ਮੈਂ ਕਿਹਾ, ਮੰਮੀ, ਮੇਰੀ ਜ਼ਿੰਦਗੀ ਪਹਿਲਾਂ ਬਹੁਤ ਖੁਸ਼ ਸੀ, ਪਰ ਜਦੋਂ ਦਾ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਨਹੀਂ ਬਣ ਸਕਦੀ, ਉਦੋਂ ਤੋਂ ਹੀ ਮੇਰੇ ਸਿਰ ਉੱਤੇ ਹਰ ਵਕਤ ਤਲਵਾਰ ਲਟਕਦੀ ਰਹਿੰਦੀ ਆ। ਮੇਰੀ ਸੱਸ ਨੇ ਤਾਂ ਮੈਨੂੰ ਪਹਿਲਾਂ ਹੀ ਨਹੀਂ ਅਪਣਾਇਆ ਸੀ, ਹੁਣ ਤਾਂ ਉਸ ਨੂੰ ਮੌਕਾ ਮਿਲ ਗਿਆ। ਹੁਣ ਤਾਂ ਉਹ ਕਿਸ ਦੇ ਨਾਲ ਵੀ ਮੇਰੇ ਪਤੀ ਦੇ ਰਿਸ਼ਤੇ ਦੇ ਬਾਰੇ ਗੱਲ ਕਰਨ ਲੱਗ ਜਾਂਦੀ ਆ। ਪਰ ਮੰਮੀ, ਪ੍ਰਦੀਪ ਬਹੁਤ ਵਧੀਆ ਇਨਸਾਨ ਆ। ਉਹਨੇ ਮੇਰਾ ਬਹੁਤ ਸਾਥ ਦਿੱਤਾ। ਉਹ ਮੇਰੀ ਖਾਤਰ ਆਪਣੀ ਮੰਮੀ ਨਾਲ ਵੀ ਲੜ ਪੈਂਦਾ, ਪਰ ਹੈ ਤਾਂ ਉਹ ਮਰਦ ਹੀ। ਕਦੋਂ ਤੱਕ ਮੈਨੂੰ ਆਪਣੇ ਦਿਲ ਦੀ ਰਾਣੀ ਬਣਾ ਕੇ ਰੱਖੂਗਾ? ਮੰਮੀ ਕਹਿਣ ਲੱਗੀ, ਬੇਟੀ, ਮੈਂ ਤੇਰਾ ਦਰਦ ਸਮਝਦੀ ਹਾਂ, ਤਾਂ ਹੀ ਮੈਂ ਉਸ ਦਿਨ ਤੈਨੂੰ ਇਹ ਰਾਏ ਦਿੱਤੀ ਸੀ ਕਿ ਤੂੰ ਪ੍ਰਦੀਪ ਦਾ ਦੂਜਾ ਵਿਆਹ ਕਰਵਾ ਦੇ। ਉਹ ਆਪਣੀ ਕਰੋੜਾਂ ਦੀ ਜਾਇਦਾਦ ਐਦਾਂ ਨਹੀਂ ਛੱਡ ਕੇ ਜਾਊਗਾ। ਸਿੱਧੀ ਜਿਹੀ ਗੱਲ ਆ, ਉਸ ਨੂੰ ਆਪਣਾ ਵਾਰਿਸ ਚਾਹੀਦਾ। ਅੱਜ ਨਹੀਂ ਤਾਂ ਕੱਲ ਉਹ ਦੂਜਾ ਵਿਆਹ ਕਰਵਾਉਣ ਬਾਰੇ ਜ਼ਰੂਰ ਸੋਚੇਗਾ। ਪਰ ਜੇ ਤੇਰੇ ਪਤੀ ਨੇ ਤੇਰੀ ਸੱਸ ਦੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਤਾਂ ਸੋਚ ਤੇਰਾ ਕੀ ਹੋਊ। ਮੇਰੀ ਮਨ ਕਿਸੇ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਵਾ ਦੇ। ਉਹ ਤੇਰੇ ਹੇਠਾਂ ਲੱਗ ਕੇ ਰਹੂ ਤੇ ਤੇਰੀ ਬਰਾਬਰੀ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰੂਗੀ। ਉਹ ਬੱਚੇ ਨੂੰ ਜਨਮ ਦੇਊਗੀ ਤੇ ਮਾਂ ਬਣ ਜਾਏਗੀ। ਫਿਰ ਮੌਕਾ ਦੇਖ ਕੇ ਤੂੰ ਉਸ ਨੂੰ ਘਰੋਂ ਕੱਢ ਦੇਵੀਂ। ਮੰਮੀ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਿਆ ਕਿ ਮੰਮੀ ਬਿਲਕੁਲ ਠੀਕ ਕਹਿ ਰਹੀ ਆ। ਮੈਂ ਮੰਮੀ ਨੂੰ ਕਿਹਾ, ਜੇ ਤੇਰੀ ਨਿਗਾਹ ਵਿੱਚ ਕੋਈ ਕੁੜੀ ਹੋਈ ਤਾਂ ਮੈਨੂੰ ਦੱਸੀ। ਮੈਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹਾਂ।
ਮੇਰੀ ਮੰਮੀ ਨੇ ਕਿਹਾ ਤੂੰ ਬਿਲਕੁਲ ਇਹ ਜਿਹੇ ਗਰੀਬ ਘਰ ਦੀ ਕੋਈ ਲਾਚਾਰ ਕੁੜੀ ਲੱਭੀ ਜਿਹੜੀ ਬਿਲਕੁਲ ਸਿੱਧੀ ਸਾਦੀ ਹੋਵੇ, ਕੋਈ ਤੇਜ਼ ਤਰਾਰ ਨਾ ਲੈ ਆਈ, ਨਹੀਂ ਫਿਰ ਸਾਰੀ ਜ਼ਿੰਦਗੀ ਹੱਥ ਮਲਦੀ ਰਹੇਂਗੀ। ਮੈਂ ਕਿਹਾ ਮੰਮੀ ਫਿਕਰ ਨਾ ਕਰ, ਮੈਂ ਘਰ ਵਾਲਿਆਂ ਤੋਂ ਚੋਰੀ ਪ੍ਰਦੀਪ ਲਈ ਕੋਈ ਕੁੜੀ ਲੱਭਣ ਲੱਗੀ। ਮੇਰਾ ਦਿਲ ਖੂਨ ਦੇ ਹੰਝੂ ਰੋਂਦਾ। ਮੈਂ ਕਿਵੇਂ ਆਪਣੇ ਪਤੀ ਨੂੰ ਆਪਣੀ ਹੀ ਹੱਥੀਂ ਕਿਸੇ ਦੂਜੀ ਔਰਤ ਨੂੰ ਸੌਂਪ ਸਕਦੀ ਸੀ। ਫਿਰ ਉਹ ਪਤੀ ਜਿਸ ਦੀ ਖਾਤਰ ਮੈਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸੀ। ਮੈਂ ਪਿੰਡ ਦੇ ਸਰਪੰਚ ਦੀ ਇਕਲੌਤੀ ਬੇਟੀ ਸੀ। ਮੇਰਾ ਭਰਾ ਤੇ ਮੇਰਾ ਪਿਤਾ ਜੀ ਮੇਰੇ ਤੋਂ ਜਾਨ ਛਿੜਕਦੇ ਸੀ, ਪਰ ਮੈਨੂੰ ਇੱਕ ਗੱਲ ਖਲਦੀ ਸੀ ਕਿ ਮੇਰੇ ਪਿਤਾ ਜੀ ਨੇ ਮੇਰਾ ਰਿਸ਼ਤਾ ਆਪਣੇ ਬਚਪਨ ਦੇ ਦੋਸਤ ਦੇ ਬੇਟੇ ਨਾਲ ਤੈਅ ਕਰ ਦਿੱਤਾ। ਉਹ ਬਿਲਕੁਲ ਅਨਪੜ੍ਹ ਸੀ ਤੇ ਮੈਂ 12ਵੀਂ ਪਾਸ ਕੀਤੀ ਸੀ। ਉਹ ਬਹੁਤ ਅਜੀਬ ਤਰ੍ਹਾਂ ਦਾ ਇਨਸਾਨ ਸੀ, ਇੱਕ ਘਮੰਡੀ ਤੇ ਨਸ਼ੇ ਵਗੈਰਾ ਕਰਦਾ ਸੀ। ਮੈਂ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਮੈਂ ਪਾਪਾ ਨੂੰ ਕਿਹਾ ਪਾਪਾ ਮੈਂ ਇਸ ਨਾਲ ਵਿਆਹ ਨਹੀਂ ਕਰਵਾ ਸਕਦੀ, ਇਸ ਦੇ ਵਿੱਚ 100 ਐਬ ਨੇ। ਪਾਪਾ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਕਿਹਾ ਬੇਟੀ ਸਮੇਂ ਦੇ ਨਾਲ ਸਾਰਾ ਕੁਝ ਠੀਕ ਹੋ ਜਾਂਦਾ। ਔਰਤ ਜੇ ਵਧੀਆ ਤੇ ਵਫਾਦਾਰ ਹੋਵੇ ਤਾਂ ਬੁਰੇ ਤੋਂ ਬੁਰੇ ਆਦਮੀ ਨੂੰ ਠੀਕ ਕਰ ਲੈਂਦੀ ਆ। ਮੈਂ ਪਾਪਾ ਨੂੰ ਕਿਹਾ ਔਰਤ ਕੋਈ ਮਰਦਾਂ ਨੂੰ ਠੀਕ ਕਰਨ ਵਾਲੀ ਮਸ਼ੀਨ ਨਹੀਂ, ਜਿਹੜਾ ਬੁਰਾ ਉਹ ਸਾਰੀ ਜ਼ਿੰਦਗੀ ਬੁਰਾ ਹੀ ਰਹਿੰਦਾ। ਕੋਈ ਵੀ ਔਰਤ ਮਰਦ ਨੂੰ ਠੀਕ ਨਹੀਂ ਕਰ ਸਕਦੀ। ਪਾਪਾ ਮੇਰੇ ਗੱਲ ਸੁਨੇ ਬਿਨਾਂ ਹੀ ਕਮਰੇ ਵਿੱਚੋਂ ਬਾਹਰ ਨਿਕਲ ਗਏ। ਪ੍ਰਦੀਪ ਮੇਰੇ ਨਾਲ ਪੜਦਾ ਹੁੰਦਾ ਸੀ, ਮੇਰਾ ਬਹੁਤ ਵਧੀਆ ਦੋਸਤ ਸੀ। ਮੈਂ ਆਪਣੀ ਹਰ ਗੱਲ ਉਸ ਨਾਲ ਸ਼ੇਅਰ ਕਰਦੀ। ਇਹ ਸਭ ਵੀ ਮੈਂ ਉਸ ਨੂੰ ਦੱਸ ਦਿੱਤਾ। ਮੈਂ ਬੁਰੀ ਤਰ੍ਹਾਂ ਰੋਣ ਲੱਗੀ। ਉਸ ਸਮੇਂ ਪ੍ਰਦੀਪ ਨੇ ਮੈਨੂੰ ਕਿਹਾ ਤੂੰ ਫਿਕਰ ਨਾ ਕਰ ਸੀਮਾ, ਮੈਂ ਤੈਨੂੰ ਬਰਬਾਦ ਨਹੀਂ ਹੋਣ ਦਿੰਦਾ, ਮੈਂ ਤੈਨੂੰ ਲੈਣ ਆ ਰਿਹਾ। ਮੈਨੂੰ ਪਤਾ ਸੀ ਮੇਰੇ ਇਸ ਫੈਸਲੇ ਨਾਲ ਮੇਰੇ ਪਾਪਾ ਦੀ ਬਹੁਤ ਬਦਨਾਮੀ ਹੋਵੇਗੀ, ਪਰ ਮੈਂ ਮਜਬੂਰ ਸੀ। ਪ੍ਰਦੀਪ ਮੈਨੂੰ ਲੈ ਕੇ ਸ਼ਹਿਰ ਆ ਗਿਆ। ਕੁਝ ਟਾਈਮ ਬਾਅਦ ਸਾਡੇ ਦੋਨਾਂ ਵਿੱਚ ਪਿਆਰ ਪੈ ਗਿਆ ਤੇ ਮੈਂ ਉਸ ਨਾਲ ਵਿਆਹ ਕਰਵਾ ਲਿਆ। ਉਹ ਮੈਨੂੰ ਆਪਣੇ ਘਰ ਲੈ ਗਿਆ, ਪਰ ਜਦੋਂ ਉਸ ਦੀ ਮੰਮੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬਹੁਤ ਗੁੱਸੇ ਹੋਈ, ਕਿਉਂਕਿ ਪ੍ਰਦੀਪ ਇੱਕ ਕਰੋੜਪਤੀ ਬਾਪ ਦਾ ਇਕਲੌਤਾ ਬੇਟਾ ਸੀ। ਮੇਰੀ ਸੱਸ ਘਰ ਤੋਂ ਭੱਜੀ ਹੋਈ ਲੜਕੀ ਨੂੰ ਆਪਣੀ ਬਹੂ ਬਣਾਉਣ ਲਈ ਤਿਆਰ ਨਹੀਂ ਸੀ। ਉਹ ਆਪਣੀ ਪਸੰਦ ਦੀ ਬਹੂ ਲਿਆਉਣਾ ਚਾਹੁੰਦੀ ਸੀ, ਪਰ ਪ੍ਰਦੀਪ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਇੱਕ ਬਹੁਤ ਵਧੀਆ ਇਨਸਾਨ ਹੈ। ਉਹ ਮੇਰਾ ਬਹੁਤ ਖਿਆਲ ਰੱਖਦਾ, ਜ਼ਿੰਦਗੀ ਦੇ ਹਰ ਮੋੜ ਤੇ ਮੇਰਾ ਸਾਥ ਦਿੰਦਾ। ਮੇਰੇ ਘਰੋਂ ਤੋਂ ਭੱਜਣ ਤੋਂ ਬਾਅਦ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ ਸੀ। ਰੱਬ ਦੀ ਕਿਰਪਾ ਨਾਲ ਮੇਰੇ ਭਰਾ ਤੇ ਬਾਪ ਨੇ ਮੈਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਖੈਰ ਜ਼ਿੰਦਗੀ ਤਾਂ ਹੁਣ ਬੇਹਾਲ ਹੋਈ ਪਈ ਸੀ। ਜਦੋਂ ਦਾ ਪਤਾ ਲੱਗਿਆ ਸੀ ਕਿ ਮੈਂ ਮਾਂ ਨਹੀਂ ਬਣ ਸਕਦੀ, ਹੁਣ ਮੈਨੂੰ ਇਹ ਖਿਆਲ ਆਉਂਦੇ ਕਿ ਮੈਨੂੰ ਮੇਰੇ ਬਾਪ ਦੀ ਹਾਂ ਲੱਗ ਗਈ। 2 ਸਾਲ ਬਾਅਦ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਸੀ। ਮੰਮੀ ਨਾਲ ਗੱਲ ਕਰਕੇ ਮੇਰਾ ਦਿਲ ਹਲਕਾ ਹੋ ਗਿਆ। ਖੈਰ ਮੈਂ ਆਪਣੇ ਪਤੀ ਲਈ ਲੜਕੀ ਲੱਭਣੀ ਸ਼ੁਰੂ ਕਰ ਦਿੱਤੀ। ਹਾਲਤ ਮੇਰੀ ਜਿਹੋ ਜਿਹੀ ਵੀ ਸੀ, ਪਰ ਮੈਂ ਸੱਸ ਦੇ ਸਾਹਮਣੇ ਹਾਰ ਨਹੀਂ ਮੰਨ ਸਕਦੀ ਸੀ। ਮੈਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਤਬਾਹ ਨਹੀਂ ਹੋਣ ਦੇਣਾ ਚਾਹੁੰਦੀ ਸੀ। ਮੈਂ ਗਲੀ ਦੀ ਇੱਕ ਔਰਤ ਨੂੰ ਕੁਝ ਪੈਸੇ ਦੇ ਕੇ ਆਪਣੇ ਨਾਲ ਮਿਲਾ ਲਿਆ। ਉਸ ਨੂੰ ਕਿਹਾ ਮੈਨੂੰ ਕਿਸੇ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਲੱਭ ਕੇ ਦੇ ਤੇ ਇਸ ਗੱਲ ਦੀ ਭਿਣਕ ਕਿਸੇ ਨੂੰ ਵੀ ਨਹੀਂ ਲੱਗਣੀ ਚਾਹੀਦੀ। ਥੋੜੇ ਦਿਨਾਂ ਬਾਅਦ ਉਸਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਇੱਕ ਕੁੜੀ ਦੀ ਫੋਟੋ ਮੇਰੇ ਸਾਹਮਣੇ ਰੱਖ ਦਿੱਤੀ। ਉਸ ਦਾ ਹੁਸਨ ਦੇਖ ਕੇ ਮੈਂ ਹੈਰਾਨ ਰਹਿ ਗਈ। ਉਹ ਆਂਟੀ ਕਹਿਣ ਲੱਗੀ ਇਹ ਕੁੜੀ ਬੇਸਹਾਰਾ, ਮਾਂ-ਬਾਪ ਮਰ ਚੁੱਕਿਆ, ਚਾਚੇ ਕੋਲ ਰਹਿੰਦੀ ਆ, ਉਸ ਦੀ ਚਾਚੀ ਉਸ ਨੂੰ ਮਗਰੋਂ ਲਾਉਣਾ ਚਾਹੁੰਦੀ ਹੈ। ਮੈਂ ਕਿਹਾ ਮੈਂ ਇਸ ਲੜਕੀ ਨਾਲ ਆਪਣੇ ਪਤੀ ਦਾ ਵਿਆਹ ਨਹੀਂ ਕਰ ਸਕਦੀ। ਇਸ ਦਾ ਹੁਸਨ ਦੇਖ ਕੇ ਮੇਰਾ ਪਤੀ ਤਾਂ ਇਸ ਦੇ ਇਸ਼ਕ ਵਿੱਚ ਪਾਗਲ ਹੋ ਜਾਊ। ਤੁਸੀਂ ਕੋਈ ਹੋਰ ਕੁੜੀ ਲੱਭੋ। ਆਂਟੀ ਕਹਿਣ ਲੱਗੀ ਇਹ ਰਿਸ਼ਤਾ ਬਹੁਤ ਵਧੀਆ ਹੈ, ਇਸ ਨੂੰ ਆਪਣੇ ਹੱਥੀਂ ਨਾ ਜਾਣ ਦੇ, ਸਿੱਧੀ ਸਾਦੀ ਗਊ ਵਰਗੀ ਕੁੜੀ ਆ। ਮੇਰਾ ਜੀ ਤਾਂ ਨਹੀਂ ਮੰਨ ਰਿਹਾ ਸੀ, ਪਰ ਮੈਂ ਇਹ ਰਿਸ਼ਤਾ ਸਵੀਕਾਰ ਕਰ ਲਿਆ। ਮੈਂ ਤਸਵੀਰ ਲੈ ਕੇ ਘਰੇ ਪਹੁੰਚੀ ਤਾਂ ਅਜੀਬ ਜਿਹਾ ਮੰਜ਼ਰ ਦੇਖਿਆ। ਮੇਰਾ ਪਤੀ ਸੋਫੇ ਤੇ ਬੈਠਾ ਸੀ। ਮੇਰੀ ਨਣਦ ਬੋਲੀ ਵੀਰ ਤੂੰ ਬਾਂਝ ਨਾਲ ਜ਼ਿੰਦਗੀ ਕਿਵੇਂ ਗੁਜ਼ਾਰਾਂਗਾ, ਮੇਰੀ ਮਨ ਦੂਜਾ ਵਿਆਹ ਕਰ ਲਾ। ਮੰਮੀ ਨੇ ਤੇਰੇ ਲਈ ਬਹੁਤ ਹੀ ਖੂਬਸੂਰਤ ਕੁੜੀ ਲੱਭੀ ਆ,
ਪ੍ਰਦੀਪ ਬੋਲਿਆ, ਤੁਸੀਂ ਬਸ ਕਰੋ, ਮੈਂ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਲਿਆ। ਕਿਉਂ ਤੁਸੀਂ ਮੇਰੇ ਵਿਆਹ ਦੇ ਮਗਰ ਹੀ ਪਈਆਂ ਹੋਈਆਂ? ਸੀਮਾ ਮੇਰੀ ਪਤਨੀ ਆ ਤੇ ਹਮੇਸ਼ਾ ਮੇਰੀ ਪਤਨੀ ਹੀ ਰਹੇਗੀ। ਮਰਦੇ ਦਮ ਤੱਕ ਮੈਂ ਉਸਦੇ ਨਾਲ ਹੀ ਰਹੂੰਗਾ। ਪ੍ਰਦੀਪ ਦੀਆਂ ਗੱਲਾਂ ਸੁਣ ਕੇ ਮੇਰੇ ਵਿੱਚ ਹਿੰਮਤ ਪੈ ਗਈ। ਮੈਂ ਅੱਗੇ ਵਧੀ ਤਾਂ ਮੇਰੀ ਸੱਸ ਤੇ ਨਨਦ ਦੀ ਨਜ਼ਰ ਮੇਰੇ ਤੇ ਪਈ ਤਾਂ ਉਹ ਬਹੁਤ ਜ਼ਿਆਦਾ ਘਬਰਾ ਗਈਆਂ। ਮੈਂ ਉਹਨਾਂ ਦੇ ਪੈਰ ਛੂਹੇ ਤੇ ਅੰਦਰ ਚਲੇ ਗਈ। ਥੋੜੇ ਟਾਈਮ ਬਾਅਦ ਪ੍ਰਦੀਪ ਮੇਰੇ ਪਿੱਛੇ ਆ ਗਿਆ। ਕਹਿਣ ਲੱਗਿਆ, ਸੀਮਾ ਤੂੰ ਮੰਮੀ ਤੇ ਦੀਦੀ ਦੀਆਂ ਗੱਲਾਂ ਨੂੰ ਆਪਣੇ ਮਨ ਤੇ ਨਾ ਲਾਈ, ਉਹ ਤਾਂ ਕੁਝ ਵੀ ਕਹਿੰਦੀਆਂ ਰਹਿੰਦੀਆਂ। ਮੈਂ ਕਿਹਾ, ਪ੍ਰਦੀਪ ਤੁਸੀਂ ਦੂਜਾ ਵਿਆਹ ਕਰਵਾ ਲਓ। ਪ੍ਰਦੀਪ ਮੈਨੂੰ ਦੇਖ ਕੇ ਹੱਕਾ ਬੱਕਾ ਰਹਿ ਗਿਆ ਤੇ ਕਹਿਣ ਲੱਗਿਆ ਕਿ ਤੂੰ ਇਹ ਕੀ ਕਹਿ ਰਹੀ ਆ? ਮੈਂ ਅਜਿਹਾ ਬਿਲਕੁਲ ਵੀ ਨਹੀਂ ਕਰ ਸਕਦਾ। ਮੈਂ ਕਿਹਾ, ਪ੍ਰਦੀਪ ਮੈਂ ਤੈਨੂੰ ਦੂਜਾ ਵਿਆਹ ਕਰਨ ਦੀ ਪਰਮਿਸ਼ਨ ਦਿੰਦੀ ਹਾਂ, ਪਰ ਤੁਸੀਂ ਮੇਰੇ ਪਸੰਦ ਦੀ ਕੁੜੀ ਨਾਲ ਵਿਆਹ ਕਰ ਸਕਦੇ ਹੋ। ਪ੍ਰਦੀਪ ਕਹਿਣ ਲੱਗਿਆ, ਮੈਂ ਤੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਸਵੀਕਾਰ ਨਹੀਂ ਕਰ ਸਕਦਾ, ਫਿਰ ਚਾਹੇ ਉਹ ਤੇਰੇ ਪਸੰਦ ਦੀ ਹੋਵੇ ਜਾਂ ਮੰਮੀ ਦੀ। ਮੈਂ ਕਿਹਾ, ਪ੍ਰਦੀਪ ਮੈਨੂੰ ਵੀ ਔਲਾਦ ਦੀ ਖਵਾਹਿਸ਼ ਹੈ। ਤੁਹਾਡਾ ਵਿਆਹ ਹੋ ਜਾਵੇਗਾ ਤੇ ਆਪਣੇ ਘਰ ਵੀ ਬੱਚਾ ਆ ਜਾਵੇਗਾ। ਪ੍ਰਦੀਪ ਨੇ ਮਨਾ ਕਰ ਦਿੱਤਾ ਤੇ ਕਮਰੇ ਚੋਂ ਬਾਹਰ ਚਲਾ ਗਿਆ। ਮੈਂ ਬੈਠੀ ਕਹਿ ਰਹੀ ਸੀ, ਸੱਚ ਤਾਂ ਇਹ ਸੀ ਕਿ ਮੈਨੂੰ ਵੀ ਔਲਾਦ ਦੀ ਕੋਈ ਖਵਾਹਿਸ਼ ਨਹੀਂ ਸੀ। ਮੈਂ ਤਾਂ ਇਹ ਬਸ ਪ੍ਰਦੀਪ ਨੂੰ ਖੋਣ ਦੇ ਡਰ ਤੋਂ ਕਰ ਰਹੀ ਸੀ। ਫਿਰ ਕੁਝ ਦਿਨ ਮੇਰੇ ਤੇ ਪ੍ਰਦੀਪ ਵਿੱਚ ਨਾਰਾਜ਼ਗੀ ਰਹੀ, ਪਰ ਮੈਂ ਰੋ ਕੇ ਉਸ ਨੂੰ ਦੂਜਾ ਵਿਆਹ ਕਰਨ ਲਈ ਤਿਆਰ ਕਰ ਲਿਆ। ਮੈਂ ਖੁਸ਼ ਨਹੀਂ ਸੀ, ਪਰ ਮੇਰੇ ਹੱਥ ਵਿੱਚ ਹੋਰ ਕੁਝ ਨਹੀਂ ਸੀ, ਕਿਉਂਕਿ ਮਜਬੂਰੀ ਅਜਿਹੀ ਚੀਜ਼ ਹੈ ਜੋ ਇਨਸਾਨ ਨੂੰ ਅੰਦਰ ਤੋਂ ਨਿਚੋੜ ਕੇ ਰੱਖ ਦਿੰਦੀ ਹੈ। ਜਦੋਂ ਆਂਟੀ ਸਾਡੇ ਘਰ ਆਈ ਤਾਂ ਮੇਰੀ ਸੱਸ ਨੇ ਖੂਬ ਹੰਗਾਮਾ ਮਚਾਇਆ। ਉਹ ਪ੍ਰਦੀਪ ਨਾਲ ਲੜਨ ਲੱਗੀ, ਕਹਿੰਦੀ ਕਮ ਸੇ ਕਮ ਜੇ ਦੂਜਾ ਵਿਆਹ ਕਰਨਾ ਸੀ ਉਹ ਤਾਂ ਮੇਰੀ ਮਰਜ਼ੀ ਨਾਲ ਕਰ ਲੈਂਦਾ। ਸੱਸ ਨੂੰ ਰੌਲਾ ਪਾਉਂਦੀ ਦੇਖ ਮੈਨੂੰ ਥੋੜਾ ਸਕੂਨ ਮਿਲ ਰਿਹਾ ਸੀ। ਮੈਂ ਆਪਣੇ ਪਤੀ ਦਾ ਵਿਆਹ ਕਰ ਦਿੱਤਾ, ਪਰ ਮੇਰੀਆਂ ਅੱਖਾਂ ਵਿੱਚ ਪਾਣੀ ਸੀ। ਦੂਜੇ ਦਿਨ ਮੈਂ ਜਲਦੀ ਉੱਠ ਖੜੀ ਕਿਉਂਕਿ ਮੈਂ ਪ੍ਰਦੀਪ ਨੂੰ ਮਿਲਣਾ ਸੀ, ਪਰ ਉਹ ਤਾਂ ਸਵੇਰ ਦੇ 11 ਵਜੇ ਤੱਕ ਆਪਣੇ ਕਮਰੇ ਵਿੱਚੋਂ ਹੀ ਨਾ ਨਿਕਲਿਆ। ਮੈਂ ਆਪਣੀ ਸੌਂਕਣ ਸ਼ੀਲਾ ਨੂੰ ਪੁੱਛਿਆ ਤਾਂ ਕਹਿਣ ਲੱਗੀ, ਪ੍ਰਦੀਪ ਤਾਂ ਸੋ ਰਹੇ। ਮੈਂ ਉਸ ਨੂੰ ਘੂਰ ਕੇ ਕਿਹਾ ਕਿ ਤੂੰ ਉਸ ਨੂੰ ਜਗਾਇਆ ਕਿਉਂ ਨਹੀਂ? ਸ਼ੀਲਾ ਰੋਣ ਲੱਗੀ ਤੇ ਬੋਲੀ, ਪ੍ਰਦੀਪ ਨੇ ਮੈਨੂੰ ਕਿਹਾ ਕਿ ਮੈਂ ਵਿਆਹ ਸਿਰਫ ਤੁਹਾਡੀ ਰਜ਼ਾਮੰਦੀ ਦੀ ਵਜ੍ਹਾ ਨਾਲ ਕੀਤਾ ਹੈ। ਹੁਣ ਮੈਂ ਕਿਸ ਤਰ੍ਹਾਂ ਉਸ ਉੱਪਰ ਆਪਣਾ ਹੱਕ ਜਤਾਉਂਦੀ? ਨਹੀਂ ਤਾਂ ਉਹ ਮੈਨੂੰ ਤਲਾਕ ਦੇ ਦੇਣਗੇ, ਆਪਣੇ ਘਰੋਂ ਕੱਢ ਦੇਣਗੇ। ਮੇਰੇ ਵਿੱਚ ਹਿੰਮਤ ਨਹੀਂ ਹੋਈ ਉਸ ਨੂੰ ਜਗਾਉਣ ਦੀ। ਜੇ ਮੈਨੂੰ ਉਹਨਾਂ ਨੇ ਘਰੋਂ ਕੱਢ ਦਿੱਤਾ ਤਾਂ ਮੈਂ ਕਿੱਥੇ ਜਾਊਂਗੀ? ਚਾਚੇ ਦੇ ਘਰ ਜਾਣ ਦਾ ਸੋਚ ਵੀ ਨਹੀਂ ਸਕਦੀ। ਮੈਂ ਦਿਲ ਹੀ ਦਿਲ ਵਿੱਚ ਰਾਧਾ ਆਂਟੀ ਨੂੰ ਦੁਆਵਾਂ ਦੇ ਦਿੱਤੀਆਂ। ਉਸ ਨੇ ਸੱਚਮੁੱਚ ਇੱਕ ਮਜਬੂਰ ਲੜਕੀ ਨੂੰ ਲੱਭ ਕੇ ਦਿੱਤਾ ਸੀ। ਮੈਂ ਸੋਚਿਆ ਪ੍ਰਦੀਪ ਨਾਰਾਜ਼ ਹੋਣਗੇ, ਜਦੋਂ ਉਹ ਠੀਕ ਹੋਇਆ ਕਮਰੇ ਵਿੱਚੋਂ ਬਾਹਰ ਨਿਕਲ ਆਉਣਗੇ, ਪਰ ਇਹ ਮੇਰਾ ਬੇਕਾਰ ਦਾ ਖਿਆਲ ਸੀ। ਪ੍ਰਦੀਪ ਦੇ ਵਿਆਹ ਨੂੰ 5 ਦਿਨ ਹੋ ਗਏ ਸੀ, ਪਰ ਉਹ ਅਜੇ ਤੱਕ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਿਆ। ਹੁਣ ਮੈਨੂੰ ਅਜੀਬ ਖਿਆਲ ਸਤਾਉਣ ਲੱਗੇ। ਮੈਂ ਪ੍ਰਦੀਪ ਦੇ ਕਮਰੇ ਵਿੱਚ ਚਲੇ ਗਈ। ਪ੍ਰਦੀਪ ਆਪਣੇ ਮੋਬਾਈਲ ਤੇ ਬਿਜ਼ੀ ਸੀ। ਕਦਮਾਂ ਦੀ ਆਹਟ ਸੁਣ ਕੇ ਪ੍ਰਦੀਪ ਬੋਲਿਆ, ਆ ਗਈ ਮੇਰੀ ਸ਼ੀਲਾ। ਇਹ ਸ਼ਬਦ ਹਥੌੜਿਆਂ ਦੀ ਤਰ੍ਹਾਂ ਮੇਰੇ ਕੰਨਾਂ ਵਿੱਚ ਵੱਜੇ। ਮੈਂ ਵਾਪਸ ਮੋੜ ਆਈ। ਮੇਰੀ ਅੱਖਾਂ ਵਿੱਚੋਂ ਪਾਣੀ ਵਗਣ ਲੱਗਾ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੈਂ ਆਪਣੀ ਸੱਸ ਦੇ ਕਮਰੇ ਵੱਲ ਜਾਣ ਲੱਗੀ। ਮੇਰੀ ਨਣਦ ਵੀ ਆਈ ਹੋਈ ਸੀ। ਮੇਰੀ ਸੱਸ ਆਪਣੀ ਬੇਟੀ ਨੂੰ ਕਹਿ ਰਹੀ ਸੀ, ਕਿਉਂ ਮੰਨਦੀ ਆ ਮੇਰੇ ਖੇਡ ਨੂੰ? ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ। ਸੀਮਾ ਵਿਚਾਰੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਸਨੇ ਜਿਸ ਲੜਕੀ ਨਾਲ ਉਸ ਦਾ ਵਿਆਹ ਕੀਤਾ ਉਹ ਮੇਰੇ ਪਸੰਦ ਦੀ ਸੀ ਤੇ ਪ੍ਰਦੀਪ ਤਾਂ ਪਹਿਲੇ ਦਿਨ ਤੋਂ ਹੀ ਉਸ ਤੇ ਫਿਦਾ ਸੀ। ਇਹ ਸਭ ਉਸ ਰਾਧਾ ਦੀ ਮਦਦ ਨਾਲ ਹੋਇਆ। ਇਹ ਸਭ ਸੁਣ ਕੇ ਮੈਂ ਥਰ-ਥਰ ਕੰਬਣ ਲੱਗੀ। ਮੈਂ ਭੱਜ ਕੇ ਪ੍ਰਦੀਪ ਦੇ ਕਮਰੇ ਵੱਲ ਗਈ। ਅੱਗੋਂ ਗੇਟ ਬੰਦ ਸੀ। ਉਸ ਨੂੰ ਮੈਂ ਕਹਿੰਦੇ ਸੁਣਿਆ ਕਿ ਮੈਂ ਬਹੁਤ ਗਲਤ ਫੈਸਲਾ ਕਰ ਲਿਆ ਸੀ ਸੀਮਾ ਨੂੰ ਭਜਾ ਕੇ ਲਿਆਉਣ ਦਾ। ਵਿਆਹ ਦੇ ਕੁਝ ਸਾਲਾਂ ਬਾਅਦ ਹੀ ਮੈਨੂੰ ਇਸ ਗਲਤੀ ਦਾ ਅਹਿਸਾਸ ਹੋਇਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸੀਮਾ ਦੇ ਭਰਾਵਾਂ ਨੂੰ ਪਤਾ ਸੀ ਕਿ ਇਹ ਮੇਰੇ ਨਾਲ ਆਈ ਆ।
ਉਹ ਮੈਨੂੰ ਫੋਨ ਤੇ ਹਰ ਰੋਜ਼ ਧਮਕਾਉਂਦੇ ਕਿ ਜੇ ਤੂੰ ਮੇਰੀ ਭੈਣ ਦਾ ਖਿਆਲ ਨਾ ਰੱਖਿਆ ਤਾਂ ਇਸ ਦਾ ਇਲਜ਼ਾਮ ਬੁਰਾ ਹੋਊ। ਮੈਂ ਉਹਨਾਂ ਨਾਲ ਰਹਿ ਕੇ ਆਇਆ ਸੀ, ਮੈਨੂੰ ਪਤਾ ਸੀ ਉਹ ਕਿੰਨੇ ਖਤਰਨਾਕ ਲੋਕ ਹਨ। ਇਸ ਲਈ ਮੈਂ ਸ਼ੀਲਾ ਨੂੰ ਛੱਡਣ ਦਾ ਸੋਚ ਵੀ ਨਹੀਂ ਸਕਦਾ ਸੀ। ਹੁਣ ਮੰਮੀ ਨੇ ਮੈਨੂੰ ਆਪਣੇ ਪਲਾਨ ਵਿੱਚ ਸ਼ਾਮਲ ਕਰ ਲਿਆ। ਅਸੀਂ ਸਾਰਿਆਂ ਨੇ ਮਿਲ ਕੇ ਤੈਨੂੰ ਪਸੰਦ ਕੀਤਾ। ਰਾਧਾ ਆਂਟੀ ਦੇ ਜ਼ਰੀਏ ਸੀਮਾ ਨੂੰ ਬੇਵਕੂਫ ਬਣਾਇਆ। ਇਹ ਸਭ ਸੁਣ ਕੇ ਮੈਂ ਪਿੱਛੇ ਮੋੜ ਆਈ ਤੇ ਘਰੋਂ ਬਾਹਰ ਨਿਕਲ ਗਈ। ਹੁਣ ਮੈਂ ਇੱਕ ਅਨਾਥ ਆਸ਼ਰਮ ਦੇ ਵਿੱਚ ਰਹਿੰਦੀ ਹਾਂ ਤੇ ਮੈਂ ਆਪਣੀ ਜ਼ਿੰਦਗੀ ਅਨਾਥ ਆਸ਼ਰਮ ਦੇ ਨਾਂ ਕਰ ਦਿੱਤੀ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ ਕਿਵੇਂ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।